ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਹਿਬ ਗੁਣੀ ਨਿਦਾਨਾ। ਤੇਰੀ ਮਹਿਮਾ ਵਰਨ ਨ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਰਾਖੋ ਰਖਣ ਹਾਰ ਦਿਆਲਾ, ਨਾਨਕ ਕਰ ਕੀ ਗੋਲੇ। ਜੀ ਜੰਤ ਕੇ ਠਾਕੁਰਾ, ਸਰਬ ਚਿੰਤ ਤੁਧ ਪਾਸੇ। ਜੋ ਤਿਸ ਪਾਵੀ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਆਪੇ ਹਰੀ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਪਾਵੇ ਨਾਨਕਾ, ਸਾਈ ਗਲ ਚੰਗੀ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ 'ਚੋਂ ਉਚਾਰੇ ਹੋਏ ਸ਼ਬਦ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ ਦੇ ਸ਼ਬਦ ਅਰਥ ਜਿਹੜੇ ਆ ਉਹ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ, ਕਿਉਂਕਿ ਆਪਾਂ ਅੱਗੇ ਵੀ ਜ਼ਿਕਰ ਕਰਦੇ ਆਏ ਹਾਂ ਕਿ ਗੁਰਬਾਣੀ ਨੂੰ ਜਿੱਥੇ ਪੜ੍ਹਨਾ ਜ਼ਰੂਰੀ ਆ, ਉੱਥੇ ਨਾਲ ਨਾਲ ਉਹ ਵਿਚਾਰਨਾ, ਸਮਝਣਾ, ਸ਼ਬਦ ਅਰਥ ਜਾਣਨਾ ਇਹ ਸਾਡੇ ਲਈ ਹੋਰ ਵੀ ਅਤੀ ਜ਼ਰੂਰੀ ਆ। ਗੁਰਬਾਣੀ ਜਿਹੜੀ ਆ ਉਹ ਸਾਰੀ ਦੁੱਖਾਂ ਦਾ ਦਾਰੂ ਆ। ਸਰਬ ਰੋਗ ਕਾ ਔਖਦ ਨਾਮ ਗੁਰੂ ਸਾਹਿਬ ਨੇ ਫਰਮਾਇਆ ਵੀ ਆ। ਗੁਰਬਾਣੀ ਜਿਹੜੀ ਆ ਸਾਡੇ ਮਨ ਦੀ ਖੁਰਾਕ ਆ, ਸਾਡੀ ਰੂਹ ਦੀ ਖੁਰਾਕ ਆ। ਗੁਰਬਾਣੀ ਜਿਹੜੀ ਆ ਇਹਦੇ ਨਾਲ ਸਾਡੇ ਜਿਹੜੇ ਮਨ ਦੀ ਜਿਹੜੀ ਮੈਲ ਆ, ਜਿਹੜੇ ਸਾਡੇ ਵਿਕਾਰ ਆ, ਜਿਹੜੀਆਂ ਸਾਨੂੰ ਤ੍ਰਿਸ਼ਨਾਵਾਂ ਚਿੰਬੜੀਆਂ ਵਾ, ਜਿਹੜੀਆਂ ਸਾਡੇ ਮਨ ਦੇ ਵਿੱਚ ਬੁਰਾਈਆਂ ਵਾ, ਚੰਚਲ ਬਿਰਤੀਆਂ ਸਾਰੀਆਂ ਜਿਹੜੀਆਂ ਉਹ ਗੁਰਬਾਣੀ ਦੇ ਨਾਲ ਹੀ ਖਤਮ ਹੋਣੀਆਂ। ਕਹਿਣ ਤੋਂ ਭਾਵ ਕਿ ਗੁਰੂ ਸਾਹਿਬਾਨ ਨੇ ਜਪਜੀ ਸਾਹਿਬ ਦੇ ਵਿੱਚ ਫਰਮਾਇਆ ਕਿ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਜਿਵੇਂ ਸਾਡੇ ਕੱਪੜੇ ਜਿਹੜੇ ਆ ਉਹ ਜਿਹੜੇ ਖਰਾਬ ਹੋ ਜਾਂਦੇ ਆ ਮਿੱਟੀ ਘੱਟੇ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ, ਮਲ ਮੂਤਰ ਦੇ ਨਾਲ, ਪਰ ਜਦੋਂ ਅਸੀਂ ਉਹਨੂੰ ਸਾਬਣ ਲਾ ਕੇ ਪਾਣੀ ਦੇ ਨਾਲ ਧੋ ਲੈਂਦੇ ਹਾਂ ਅਤੇ ਉਹ ਕੱਪੜੇ ਜਿਹੜੇ ਆ ਬਿਲਕੁਲ ਸਾਫ਼ ਹੋ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਆ, ਇਹ ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਵਿੱਚ ਪੈ ਜਾਂਦਾ, ਕਿਉਂਕਿ ਜਿਹੜੀ ਬੁਰਾਈ ਆ ਇਹਦੇ ਵੱਲ ਜਿਹੜਾ ਮਨ ਆ ਉਹ ਛੇਤੀ ਜਾਂਦਾ, ਅਤੇ ਚੰਗਿਆਈ ਵੱਲ ਜਿਹੜਾ ਮਨ ਆ ਉਹ ਛੇਤੀ ਨਹੀਂ ਜਾਂਦਾ। ਇਸ ਕਰਕੇ ਮਨ ਨੂੰ ਜਿਹੜਾ ਵਾ ਉਹ ਕਾਬੂ ਕਰਨਾ ਵਾ, ਔਰ ਮਨ ਨੂੰ ਕਾਬੂ ਕਾਹਦੇ ਨਾਲ ਕਰਨਾ? ਉਹ ਗੁਰਬਾਣੀ ਨਾਲ। ਕਿਉਂਕਿ ਗੁਰੂ ਦੀ ਮੱਤ ਦੇ ਨਾਲ ਅਸੀਂ ਆਪਣੇ ਮਨ ਨੂੰ ਜਿਹੜਾ ਵਾ ਉਹ ਸਵੈ ਕਾਬੂ ਕਰ ਸਕਦੇ ਹਾਂ। ਕਹਿਣ ਤੋਂ ਭਾਵ ਕਿ ਆਪਣੇ ਮਨ ਜੀਤੇ ਜਗ ਜੀਤ, ਕਿ ਜੇ ਅਸੀਂ ਆਪਣੇ ਮਨ ਨੂੰ ਜਿੱਤਾਂਗੇ, ਵਿਕਾਰਾਂ ਤੋਂ ਦੂਰ ਰਵਾਂਗੇ, ਬੁਰਾਈਆਂ ਤੋਂ ਦੂਰ ਰਵਾਂਗੇ, ਤਾਂ ਅਸੀਂ ਆਪਣਾ ਜਿੱਥੇ ਸਮਾਜ ਵਿੱਚ ਇੱਕ ਚੰਗਾ ਜੀਵਨ ਜੀ ਸਕਦੇ ਹਾਂ, ਗੁਰਮੁਖ ਬਣ ਸਕਦੇ ਹਾਂ, ਪਰਮੇਸ਼ਰ ਦੇ ਨਾਲ ਜੁੜ ਸਕਦੇ ਹਾਂ, ਉੱਥੇ ਨਾਲ ਨਾਲ ਅਸੀਂ ਆਪਣਾ ਲੋਕ ਅਤੇ ਪਰਲੋਕ ਜਿਹੜਾ ਵਾ ਉਹ ਦੋਵੇਂ ਸਵਾਰ ਸਕਦੇ ਹਾਂ। ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ
ਇਹ ਪੰਕਤੀਆਂ ਆਉਂਦੀਆਂ ਕਿ ਜਿਵੇਂ ਮੰਦਰ ਜਿਹੜਾ ਵਾ ਉਹਦੀ ਛੱਤ ਜਿਹੜੀ ਆ ਉਹ ਥੰਮੀਆਂ ਤੋਂ ਬਿਨਾਂ ਨਹੀਂ ਖਲੋਂਦੀ, ਇਸੇ ਤਰ੍ਹਾਂ ਸਾਡਾ ਮਨ ਜਿਹੜਾ ਵਾ ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਇਹ ਡੋਲ ਜਾਂਦਾ ਵਾ, ਜਾਣੀ ਕਿ ਨਹੀਂ ਖਲੋਂਦਾ। ਸੋ ਮਨ ਨੂੰ ਕਾਬੂ ਕਰਨਾ ਵਾ, ਕਹਿਣ ਤੋਂ ਭਾਵ ਜੇ ਮਨ ਨੂੰ ਵਿਕਾਰਾਂ ਤੋਂ ਬਚਾਉਣਾ ਵਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ, ਬਹੁਤ ਸਾਰੀਆਂ ਬੁਰਾਈਆਂ ਨੇਕਾਂ, ਇਸ ਚਿੱਕੜ ਤੋਂ, ਇਸ ਦਲਦਲ ਵਿੱਚੋਂ ਨਿਕਲਣਾ ਅਤੇ ਗੁਰਬਾਣੀ ਜਿਹੜੀ ਆ ਉਹਦੇ ਤੋਂ ਬਿਨਾਂ ਅਸੀਂ ਜਿਹੜਾ ਵਾ ਭਵ ਸਾਗਰ ਪਾਰ ਨਹੀਂ ਕਰ ਸਕਦੇ। ਸੋ ਗੁਰਬਾਣੀ ਨੇ ਸਾਡੇ ਜੀਵਨ ਨੂੰ ਚੰਗੇਰਾ ਬਣਾਉਣਾ ਵਾ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਭੱਟ ਸਾਹਿਬਾਨਾਂ ਨੇ, ਸਾਰਿਆਂ ਨੇ, ਜਿੰਨੇ ਵੀ ਜਿਹੜੇ ਰਹਿਬਰ ਹੋਏ ਆ, ਅਵਤਾਰ ਪੁਰਸ਼ ਹੋਏ ਆ, ਸਾਰਿਆਂ ਨੇ ਗੁਰਬਾਣੀ ਦੀ ਇਸੇ ਕਰਕੇ ਰਚਨਾ ਕੀਤੀ ਆ ਕਿ ਸਾਡਾ ਜੀਵਨ ਦਾ ਜਿਹੜਾ ਕਲਿਆਣ ਆ ਉਹ ਚੰਗੀ ਤਰੀਕੇ ਨਾਲ ਹੋ ਸਕੇ। ਕਿਉਂਕਿ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਜਿਹੜਾ ਵਾ ਉਹ ਕਈ ਵਾਰੀ ਲਾਲਚ ਵਸ ਵਿੱਚ ਹੋ ਕੇ ਜਾਂ ਕਈ ਵਾਰੀ ਮੋਹ ਮਮਤਾ ਵਿੱਚ ਪੈ ਕੇ ਜਾਂ ਹੋਰ ਠੱਗੀਆਂ ਫਰੇਬੀਆਂ ਕਰਦਾ, ਕਈ ਤਰ੍ਹਾਂ ਦੀਆਂ ਜਿਹੜੀਆਂ ਬੁਰਾਈਆਂ ਕਰਦਾ ਵਾ, ਕਈ ਵਾਰੀ ਉਹ ਆਪਣੇ ਬਣਾਏ ਹੋਏ ਜਾਲ ਵਿੱਚ ਆਪੇ ਫਸ ਜਾਂਦਾ। ਜਿਵੇਂ ਮੱਕੜੀ ਜਿਹੜੀ ਆ ਉਹ ਜਾਲ ਬਣਾਉਂਦੀ ਮੁੜ ਕੇ ਵਿੱਚ ਆਪ ਹੀ ਫਸ ਜਾਂਦੀ ਆ, ਉਸੇ ਤਰ੍ਹਾਂ ਬੰਦਾ ਵੀ ਜਿਹੜਾ ਵਾ ਉਹ ਜਦੋਂ ਵਿਕਾਰਾਂ ਦੀ ਮੈਲ ਦੇ ਵਿੱਚ ਖੁਦ ਫਸ ਜਾਂਦਾ, ਆਪ ਹੀ ਬਣਾ ਕੇ। ਪਰ ਜੇਕਰ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ, ਨਾਮ ਸਿਮਰਨ ਕਰੀਏ, ਸੱਚੇ ਮਾਰਗ 'ਤੇ ਚੱਲੀਏ ਅਤੇ ਗੁਰਬਾਣੀ ਤੋਂ ਸੇਧ ਲਈਏ, ਗੁਰੂ ਸਾਹਿਬਾਨਾਂ ਦੀ ਤੋਂ, ਅਤੇ ਨਿਸ਼ਚੈ ਹੀ ਅਸੀਂ ਜਿਹੜੀ ਆ ਉਹ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਔਰ ਅਸੀਂ ਇੱਕ ਨੇਕ ਪੁਰਸ਼, ਗੁਰਮੁਖ ਜੀਵਨ ਵਾਲੇ ਜਿਹੜੇ ਆ, ਗੁਰੂ ਦੀ ਮੱਤ ਵਾਲੇ ਜਿਹੜੇ ਆ ਬਣ ਸਕਦੇ ਹਾਂ। ਸੋ ਗੁਰਬਾਣੀ ਨੂੰ ਵਿਚਾਰਨਾ, ਸਮਝਣਾ ਜਿਹੜਾ ਵਾ ਉਹ ਸਾਡੇ ਲਈ ਗੁਰੂ ਸਾਹਿਬਾਨ ਨੇ ਵੀ ਕਿਹਾ ਵਾ ਕਿ ਗੁਰਬਾਣੀ ਜਿਹੜੀ ਆ ਜਿੱਥੇ ਅਸੀਂ ਪੜ੍ਹਨੀ ਆ, ਨਾਮ ਸਿਮਰਨ ਕਰਨਾ ਵਾ, ਉੱਥੇ ਨਾਲ ਨਾਲ ਸਿਮਰਨ ਦੇ ਵਿੱਚ ਜਿਹੜੀ ਵਿਚਾਰ, ਜਿਹੜੀਆਂ ਸ਼ਬਦ ਵਿਚਾਰਾਂ ਔਰ ਭਾਵ ਅਰਥ ਜਿਹੜੇ ਸਮਝ ਕੇ ਔਰ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਅਪਲਾਈ ਕਰਨਾ ਵਾ, ਅਪਣਾਉਣਾ ਵਾ। ਕਿਉਂਕਿ ਜਿੰਨਾ ਚਿਰ ਤੱਕ ਸਾਡਾ ਜੀਵਨ ਜਿਹੜਾ ਵਾ ਅਮਲੀ ਰੂਪ ਦੇ ਵਿੱਚ ਗੁਰਮਤਿ ਵਾਲਾ ਨਹੀਂ ਬਣਦਾ, ਉਹਨਾਂ ਚਿਰ ਤੱਕ ਅਸੀਂ ਜਿਹੜੇ ਆ ਉਹ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਸੋ ਸਾਨੂੰ ਆਪਣਾ ਜੀਵਨ ਜਿਹੜਾ ਉੱਚਾ ਸੁੱਚਾ ਬਣਾਉਣ ਦੇ ਲਈ ਪਰਮੇਸ਼ਰ ਦੇ ਨਾਲ ਜੁੜਨਾ ਪੈਣਾ ਵਾ। ਗੁਰਬਾਣੀ ਨੂੰ ਇਹਦਾ ਜਿਹੜਾ ਜਾਪ ਆ ਉਹ ਕਰਨਾ ਪੈਣਾ ਵਾ। ਗੁਰਬਾਣੀ ਜਿਹੜੀ ਸੁਣਨੀ ਆ, ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਵਿਚਾਰਨੀ ਆ, ਗੁਰਬਾਣੀ ਸਮਝਣੀ ਆ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਕੀ ਉਪਦੇਸ਼ ਦਿੱਤਾ, ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਲਿਖੀ ਆ, ਲਕਾਈ ਵਾਸਤੇ ਲਿਖੀ ਆ, ਲੋਕਾਂ ਵਾਸਤੇ ਗੁਰਬਾਣੀ ਲਿਖੀ ਆ ਕਿ ਸਰਬੱਤ ਦਾ ਭਲਾ ਹੋ ਸਕੇ। ਸੋ ਉਹਨਾਂ ਨੇ ਲਿਖਿਆ ਵੀ ਆ ਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਕਿ ਇਹ ਜਿਹੜੀ ਬਾਣੀ ਆ ਅਸੀਂ ਚਾਰੀ ਆ ਪਰ ਆਈ ਸਾਨੂੰ ਪਰਮਾਤਮਾ ਵੱਲੋਂ ਹੀ ਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਵਾ ਕਿ ਗੁਰਬਾਣੀ ਜਿਹੜੀ ਆ ਇਹ ਥੰਮ ਦੇ ਨਿਆਈ ਆ, ਇਹਨੇ ਸਾਡੇ ਮਨ ਨੂੰ ਜਿਹੜੀ ਥੰਮੀ ਦੇਣੀ ਆ, ਸਾਨੂੰ ਭਟਕਣਾ ਤੋਂ ਬਚਾਉਣਾ ਵਾ, ਸਾਨੂੰ ਵਿਕਾਰਾਂ ਤੋਂ ਬਚਾਉਣਾ ਵਾ, ਸਾਨੂੰ ਚੰਗੇ ਪੁਰਸ਼ ਬਣਾਉਣਾ ਵਾ। ਇਹ ਗੁਰਬਾਣੀ ਦਾ ਜਿਹੜਾ ਮੂਲ ਜਿਹੜਾ ਮੰਤਵ ਆ ਉਹ ਇਹੋ ਹੀ ਆ ਕਿ ਅਸੀਂ ਜਿਹੜੇ ਇੱਕ ਸੋਹਣਾ ਸੁਚੱਜਾ ਜੀਵਨ ਜੀਣਾ ਵਾ, ਇੱਕ ਰਹਿਤ ਮਰਿਆਦਾ ਵਿੱਚ ਰਹਿਣਾ ਵਾ। ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਆਉਂਦਾ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੀ। ਅਸੀਂ ਆਪਣੇ ਜਿਹੜੇ ਵਿਚਾਰ ਆ, ਜਿਹੜੇ ਆਪਣੇ ਜਿਹੜੇ ਆਚਾਰ ਆ, ਆਚਰਨ ਆ, ਉਹਨੂੰ ਸੋਹਣਾ ਬਣਾਉਣਾ ਵਾ। ਕਿ ਕਹਿਣ ਤੋਂ ਭਾਵ ਕਿ ਅਸੀਂ ਜਿਹੜਾ ਵਾ ਅੰਜਣ ਮਾਹੇ ਨਰਈਆਂ ਰਹੀਏ, ਸੰਸਾਰ ਵਿੱਚ ਰਹਿਣਾ ਵਾ ਪਰ ਪਰਮਾਤਮਾ ਦੇ ਨਾਲ ਅਸੀਂ ਆਪਣੀ ਪ੍ਰੀਤੀ ਜਿਹੜੀ ਆ ਉਹ ਪੀढ़ी ਪਾਉਣੀ ਆ, ਗੂੜੀ ਪਾਉਣੀ ਆ।
ਫਰੀਦਾ ਜੇ ਜਾਣਾ ਲੜ ਛਿਜਣਾ ਪੀਢੀ ਪਾਈ ਗੰਢ। ਕਹਿਣ ਤੋਂ ਭਾਵ ਕਿ ਜੇ ਜਾਣਾ ਸੋ ਨੰਡੜਾ ਤਾਂ ਪੀਢੀ ਪਾਈ ਗੰਢ, ਕਿ ਪਰਮਾਤਮਾ ਦੇ ਨਾਲ ਆਪਣੇ ਨਾਲ ਜਿਹੜਾ ਵਾ ਉਹ ਪੂਰੀ ਜਿਹੜੀ ਤਰ੍ਹਾਂ ਗੰਢ ਪਾ ਕੇ ਰੱਖਣੀ ਆ, ਉਹ ਪ੍ਰੀਤ ਦੀ ਗੰਢ ਪਾ ਕੇ ਰੱਖਣੀ ਆ। ਸੋ ਸ਼ਬਦ ਅਰਥ ਕਰਦੇ ਹਾਂ ਆਪਾਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ ਰਹਾਉ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਸੋ ਗੁਰੂ ਸਾਹਿਬਾਨ ਨੇ ਸਾਨੂੰ ਫਰਮਾਇਆ ਕਿ ਪਰਮੇਸ਼ਰ ਨੇ ਸਾਨੂੰ ਜਿਹੜਾ ਵਾ ਉਹ ਬਾਣੀ ਰੂਪੀ ਜਿਹੜਾ ਬੰਨਾ ਦਿੱਤਾ। ਕਹਿਣ ਤੋਂ ਭਾਵ ਇਹ ਆ ਕਿ ਪਰਮੇਸ਼ਰ ਨੇ ਸਾਨੂੰ ਗੁਰਬਾਣੀ ਦਿੱਤੀ ਆ ਔਰ ਇਹਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਸਵਾਰ ਸਕਦੇ ਹਾਂ। ਕਿਉਂਕਿ ਵੇਖੋ, ਜਦੋਂ ਦਾ ਵੀ ਮਨੁੱਖ ਆਪਣਾ ਜਨਮ ਲੈਂਦਾ, ਹੋਸ਼ ਸੰਭਾਲਦਾ, ਅਤੇ ਉਹਨੂੰ ਜਿਹੜੀਆਂ ਚਿੰਤਾਵਾਂ, ਦੁੱਖ, ਪਰੇਸ਼ਾਨੀਆਂ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਵਿਛੋੜੇ, ਕਈ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ। ਪਰ ਗੁਰੂ ਸਾਹਿਬਾਨ ਨੇ ਸਾਨੂੰ ਫਰਮਾਇਆ ਵਾ ਕਿ ਪਰਮੇਸ਼ਰ ਦੀ ਜਿਹੜੀ ਬਾਣੀ ਆ, ਗੁਰੂ ਸਾਹਿਬਾਨਾਂ ਨੇ ਜਿਹੜਾ ਕਿਹਾ, ਇਹ ਸਾਡੇ ਵਾਸਤੇ ਇੱਕ ਬੰਨ੍ਹ ਦੇ ਨਿਆਈ ਆ। ਇਹ ਸਾਨੂੰ ਇੱਕ ਜਿਹੜੀ ਆ, ਇਹ ਸਾਨੂੰ ਇਹਨਾਂ ਦੁੱਖਾਂ, ਕਲੇਸ਼ਾਂ, ਕਸ਼ਟਾਂ ਤੋਂ, ਇਹਨਾਂ ਚਿੰਤਾਵਾਂ ਤੋਂ ਬਚਾ ਸਕਦੀ ਹੈ। ਬਚਾ ਸਕਦੀ ਨਹੀਂ, ਬਚਾਉਣ ਦੇ ਸਮਰੱਥ ਆ। ਕਹਿੰਦੇ ਦੁੱਖ ਰੋਗ ਕਾ ਡੇਰਾ ਭੰਨਾ। ਕਹਿੰਦੇ ਜਿਹੜੇ ਦੁੱਖਾਂ ਦੇ ਡੇਰੇ ਆ ਨਾ, ਜਿਹੜੇ ਲਾ ਕੇ ਬੈਠੇ ਸਾਡੇ ਮਨਾਂ ਦੇ ਵਿੱਚ, ਸਾਡੇ ਸਰੀਰ ਦੇ ਵਿੱਚ, ਉਹ ਸਾਰੇ ਭੰਨ ਤੋੜ ਹੋ ਜਾਂਦੀ ਉਹਨਾਂ ਦੀ, ਯਾਨੀ ਕਿ ਭੱਜ ਜਾਂਦੇ ਆ, ਖਤਮ ਹੋ ਜਾਂਦੇ ਆ। ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਕਹਿੰਦੇ ਜਿਹੜੇ ਰੋਗ ਆ ਉਹ ਖਤਮ ਹੋ ਜਾਂਦੇ ਆ, ਦੁੱਖ ਜਿਹੜੇ ਆ ਉਹਨਾਂ ਦਾ ਵੀ ਜਿਹੜਾ ਡੇਰਾ ਵਾ ਉਹ ਖਤਮ ਹੋ ਜਾਂਦਾ, ਯਾਨੀ ਕਿ ਸਾਰੇ ਬਿਨਸ ਜਾਂਦੇ ਆ। ਕਹਿੰਦੇ ਆਨੰਦ ਕਰੇ ਨਰ ਨਾਰੀ। ਇੱਥੇ ਨਰ ਨਾਰੀ ਜਿਹੜਾ ਵਾ ਉਹ ਅਸੀਂ, ਗੁਰੂ ਸਾਹਿਬਾਨਾਂ ਨੇ ਸਾਨੂੰ ਫਰਮਾਇਆ ਵਾ ਕਿ ਨਰ ਜਿਹੜਾ ਹੁੰਦਾ ਉਹ ਅਸੀਂ ਮਰਦ ਨੂੰ ਕਹਿ ਦਿੰਦੇ, ਨਾਰੀ ਅਸੀਂ ਔਰਤ ਨੂੰ ਕਹਿ ਦਿੰਦੇ ਹਾਂ। ਪਰ ਇੱਥੇ ਪਰਮੇਸ਼ਰ ਸਾਡਾ ਜਿਹੜਾ ਵਾ ਉਹ ਪਤੀ ਆ, ਅਤੇ ਜਿਹੜੀ ਨਾਰੀ ਹੈ, ਨਾਰੀ ਜਿਹੜੀ ਆ ਉਹ ਸਾਡੀ ਆਤਮਾ। ਜਿਵੇਂ ਪਤੀ ਪਤਨੀ ਆਪਣੇ ਘਰ ਦੇ ਵਿੱਚ ਗ੍ਰਸਤੀ ਜੀਵਨ ਵਿੱਚ ਖੁਸ਼ ਰਹਿੰਦੇ ਆ, ਪ੍ਰੇਮ ਨਾਲ ਰਹਿੰਦੇ ਆ, ਇਸੇ ਤਰ੍ਹਾਂ ਹੀ ਅਸੀਂ ਪਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਆਪਣੀ ਆਤਮਾ ਨੂੰ ਖੁਸ਼ ਰੱਖ ਸਕਦੇ ਹਾਂ। ਕਹਿਣ ਤੋਂ ਭਾਵ ਕਿ ਸਾਨੂੰ ਆਨੰਦ ਕਰੇ ਨਰ ਨਾਰੀ, ਕਿ ਸਾਡੀ ਜਿਹੜੀ ਆਤਮਾ ਦੀ ਅਤੇ ਪਰਮਾਤਮਾ ਦੀ ਜਿਹੜੀ ਆ ਉਹ ਪ੍ਰੀਤ ਜਿਹੜੀ ਸਾਡੀ ਉਹ ਆਨੰਦਮਈ ਹੋ ਜਾਂਦੀ ਆ। ਸੋ ਆਨੰਦ ਕਰੇ ਨਰ ਨਾਰੀ, ਕਹਿਣ ਤੋਂ ਭਾਵ ਕਿ ਪਰਮਾਤਮਾ ਦੇ ਨਾਲ ਜਦੋਂ ਸਾਡਾ ਮਿਲਾਪ ਹੋ ਜਾਂਦਾ, ਜਦੋਂ ਜੀਵਨ ਦੇ ਵਿੱਚ ਜਿਉਂਦੇ ਜੀ ਅਸੀਂ ਜਦੋਂ ਪਰਮੇਸ਼ਰ ਦੇ ਨਾਲ ਸਾਡੀ ਪ੍ਰੀਤ ਪੈ ਜਾਂਦੀ ਆ, ਕਿ ਆਨੰਦ ਕਰੇ ਨਰ ਨਾਰੀ, ਕਿ ਜਦੋਂ ਸਾਡੀ ਪਰਮੇਸ਼ਰ ਦੇ ਨਾਲ ਪ੍ਰੀਤ ਪੈ ਜਾਂਦੀ ਆ, ਫਿਰ ਸਾਡੇ ਮਨ ਦੇ ਵਿੱਚ ਆਨੰਦ ਆ ਜਾਂਦਾ ਵਾ। ਆਤਮਾ ਸਾਡੀ ਜਿਹੜੀ ਆ ਉਹ ਖੁਸ਼ ਹੋ ਜਾਂਦੀ ਆ, ਖੇੜੇ ਵਿੱਚ ਰਹਿੰਦੀ ਹੈ।
ਹਰ ਹਰ ਪ੍ਰਭ ਕਿਰਪਾ ਧਾਰੀ। ਕਹਿੰਦੇ ਹਰੀ ਪਰਮਾਤਮਾ ਨੇ ਸਾਡੇ ਉੱਤੇ ਕਿਰਪਾ ਕੀਤੀ, ਮਿਹਰ ਕੀਤੀ, ਸਾਡੇ ਉੱਤੇ ਬਖਸ਼ਿਸ਼ ਕੀਤੀ। ਉਹਦੀ ਕਿਰਪਾ ਦੇ ਨਾਲ ਅਸੀਂ ਹੁਣ ਜਿਹੜੇ ਆਨੰਦਮਈ ਜੀਵਨ ਜਿਹੜਾ ਵਾ ਬਤੀਤ ਕਰ ਰਹੇ ਹਾਂ। ਕਹਿਣ ਤੋਂ ਭਾਵ ਕਿ ਸਾਨੂੰ ਦੁਨਿਆਵੀ ਚਿੰਤਾਵਾਂ ਨਹੀਂ ਸਤਾਉਂਦੀਆਂ, ਸਾਡਾ ਮਨ ਖੇੜੇ ਵਿੱਚ ਰਹਿੰਦਾ। ਬੇਸ਼ੱਕ ਸਾਡੇ ਕੋਲ ਭਾਵੇਂ ਜਿਹੜੀ ਬਹੁਤੀ ਜਾਇਦਾਦ ਨਹੀਂ ਹੁੰਦੀ ਜਾਂ ਧਨ ਪਦਾਰਥ ਨਹੀਂ ਹੁੰਦੇ, ਪਰ ਅਸੀਂ ਤਦ ਵੀ ਜਿਹੜੇ ਆ ਪਰਮਾਤਮਾ ਦੇ ਨਾਲ ਜਿਹੜਾ ਜਦੋਂ ਸਾਡਾ ਮਿਲਾਪ ਹੋ ਜਾਂਦਾ ਵਾ, ਜਦੋਂ ਸਾਡਾ ਮਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਵਾ, ਫਿਰ ਸਾਡੇ ਮਨ ਦੇ ਵਿੱਚ ਇੱਕ ਆਨੰਦਮਈ ਅਵਸਥਾ ਆ ਜਾਂਦੀ ਹੈ, ਖੁਸ਼ੀ ਆ ਜਾਂਦੀ ਹੈ। ਕਹਿੰਦੇ ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਾਵ ਰਿਆ ਸਭਨੀ ਜਾਈ। ਕਹਿੰਦੇ ਸੰਤੋ ਮਹਾਂਪੁਰਸ਼ੋ ਕਿ ਸਭ ਥਾਈਂ ਹੁਣ ਜਿਹੜਾ ਸਾਨੂੰ ਸੁੱਖ ਹੀ ਸੁੱਖ ਪ੍ਰਤੀਤ ਹੋ ਰਿਹਾ। ਕਹਿਣ ਤੋਂ ਭਾਵ ਕਿ ਪਹਿਲਾਂ ਸਾਨੂੰ ਜਿਹੜੇ ਦੁੱਖ ਸਤਾਉਂਦੇ ਸੀਗੇ, ਪਰ ਜਦੋਂ ਦਾ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋ ਗਿਆ, ਜਦੋਂ ਦਾ ਅਸੀਂ ਨਾਮ ਜਪਣ ਲੱਗ ਪਏ, ਜਦੋਂ ਦੇ ਅਸੀਂ ਪ੍ਰਭੂ ਦੇ ਗੀਤ ਗਾਉਣ ਲੱਗ ਪਏ, ਗੁਰਬਾਣੀ ਪੜ੍ਹਨ ਲੱਗ ਪਏ, ਸਾਡਾ ਜਿਹੜਾ ਚਿੱਤ ਆ ਉਹ ਪਰਮੇਸ਼ਰ ਦੇ ਵਿੱਚ ਬੰਦਗੀ ਵਿੱਚ ਲੀਨ ਹੋ ਗਿਆ ਵਾ, ਅਤੇ ਹੁਣ ਸਾਨੂੰ ਜਿਹੜਾ ਵਾ ਸਾਰੀ ਥਾਈਂ ਸੁੱਖ ਹੀ ਪ੍ਰਤੀਤ ਹੁੰਦਾ ਵਾ। ਇਸ ਕਰਕੇ ਸਾਡਾ ਮਨ ਜਿਹੜਾ ਸੁਖੀ ਹੋ ਗਿਆ ਵਾ। ਹੁਣ ਸਾਨੂੰ ਜਿਹੜੀਆਂ ਦੁਨਿਆਵੀ ਚਿੰਤਾਵਾਂ ਉਹ ਬਿਲਕੁਲ ਨਹੀਂ ਸਤਾਉਂਦੀਆਂ। ਕਹਿੰਦੇ ਪਾਰ ਬ੍ਰਹਮ ਪੂਰਨ ਪਰਮੇਸ਼ਰ। ਪਾਰ ਬ੍ਰਹਮ ਤੋਂ ਭਾਵ ਇਹ ਹੁੰਦਾ ਵਾ ਕਿ ਜਿਹੜਾ ਅੱਗੇ ਤੋਂ ਵੀ ਪਰੇ, ਕਿ ਜਿਹਦਾ ਕੋਈ ਮੇਚ ਬੰਨਾ ਨਹੀਂ, ਹਰ ਜਗ੍ਹਾ ਜਿਹੜਾ ਮੌਜੂਦ ਆ, ਜਿਹੜਾ ਸਰਬ ਵਿਆਪਕ ਆ, ਹਰ ਜਗ੍ਹਾ ਮੌਜੂਦ ਆ। ਕਹਿੰਦੇ ਪਰਮੇਸ਼ਰ ਜਿਹੜਾ ਵਾ, ਪੂਰਨ ਪਰਮੇਸ਼ਰ ਜਿਹੜਾ ਪਰਮਾਤਮਾ ਵਾ, ਰਾਵ ਰਿਆ ਸਭਨੀ ਜਾਈ, ਹਰ ਇੱਕ ਦੇ ਵਿੱਚ ਉਹ ਜਿਹੜਾ ਪਰਮਾਤਮਾ ਰਮਿਆ ਹੋਇਆ ਵਾ, ਵਸਿਆ ਹੋਇਆ ਵਾ। ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਕਿ ਹਰੇਕ ਸਰੀਰ ਦੇ ਵਿੱਚ ਪਰਮਾਤਮਾ ਦਾ ਵਾਸਾ ਵਾ। ਇਹ ਸੰਤ ਮਹਾਂਪੁਰਸ਼ ਜਿਹੜੇ ਆ ਉਹ ਇਹ ਗੱਲ ਪੁਕਾਰ ਕੇ ਕਹਿੰਦੇ ਆ। ਰਹਾਉ। ਗੁਰੂ ਸਾਹਿਬਾਨ ਨੇ ਫਰਮਾਇਆ ਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਕਹਿੰਦੇ ਨੇ ਕਿ ਧੁਰ ਕੀ ਬਾਣੀ ਆਈ ਤੋਂ ਕਹਿਣ ਤੋਂ ਭਾਵ ਹੈ ਕਿ ਇਹ ਬਾਣੀ ਸਾਨੂੰ ਜਿਹੜੀ ਆ ਧੁਰੋਂ ਹੀ ਆਈ ਆ, ਪਰਮਾਤਮਾ ਵੱਲੋਂ ਹੀ। ਅਸੀਂ ਤਾਂ ਸਿਰਫ ਚਾਰੀ ਆ, ਲਿਖੀ ਆ। ਬਾਕੀ ਸਾਨੂੰ ਜਿਹੜੀ ਬਾਣੀ ਜਿਹੜੀ ਆ ਇਹ ਉਤਰੀ ਆ। ਕਹਿਣ ਤੋਂ ਭਾਵ ਕਿ ਅਸੀਂ ਸੋਚ ਸਮਝ ਕੇ ਨਹੀਂ ਲਿਖੀਏ, ਬਸ ਸਾਨੂੰ ਪਰਮਾਤਮਾ ਵੱਲੋਂ ਹੀ ਜਿਹੜੀ ਆ ਬਖਸ਼ਿਸ਼ ਹੋਈ ਆ, ਅਤੇ ਜੋ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ ਅਸੀਂ ਉਸੇ ਤਰ੍ਹਾਂ ਹੀ ਚਾਰ ਦਿੱਤੀ, ਲਿਖ ਦਿੱਤੀ ਆ। ਕਿ ਧੁਰ ਕੀ ਬਾਣੀ ਆਈ, ਕਹਿੰਦੇ ਇਹ ਬਾਣੀ ਜਿਹੜੀ ਧੁਰੋਂ ਹੀ ਸਾਨੂੰ ਆਈ ਆ ਪਰਮਾਤਮਾ ਵੱਲੋਂ। ਕਹਿੰਦੇ ਇਹਨੇ ਸਗਲੀ ਚਿੰਤ ਮਿਟਾਈ, ਸਾਡੀਆਂ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ, ਸਾਰੀਆਂ ਤਰ੍ਹਾਂ ਦੀਆਂ ਚਿੰਤਾਵਾਂ, ਦੁੱਖ ਕਲੇਸ਼ ਕਸ਼ਟ ਜਿੰਨੇ ਆ ਸਾਰੇ ਖਤਮ ਕਰ ਦਿੱਤੇ। ਔਰ ਦਿਆਲ ਪੁਰਖ ਮਿਹਰਬਾਨਾ। ਕਹਿੰਦੇ ਪਰਮਾਤਮਾ ਜਿਹੜਾ ਵਾ ਬੜਾ ਦਿਆਲ ਪੁਰਖ ਆ, ਮਿਹਰਬਾਨ ਆ, ਦਿਆਲੂ ਆ, ਕਿਰਪਾਲੂ ਆ। ਕਹਿੰਦੇ ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਕਹਿੰਦੇ ਹਰੀ ਪਰਮਾਤਮਾ ਨੇ, ਗੁਰੂ ਮਹਾਰਾਜ ਨੇ ਨਾਨਕ ਦੇ ਨਾਮ ਹੇਠ ਬਾਣੀ ਲਿਖੀ ਸਾਰੀ। ਕਹਿੰਦੇ ਕਿ ਸਾਨੂੰ ਸੱਚ ਵਿਖਾ ਦਿੱਤਾ ਹਰੀ ਨੇ, ਪਰਮਾਤਮਾ ਨੇ, ਕਿ ਵਾਕਿਆ ਹੀ ਜਿਹੜਾ ਨਾਮ ਆ ਉਹ ਦੁੱਖਾਂ ਦਾ ਦਾਰੂ ਆ, ਸਰਬ ਰੋਗ ਕਾ ਔਖਦ ਨਾਮ ਆ। ਕਹਿਣ ਤੋਂ ਭਾਵ ਕਿ ਸਾਰੇ ਦੁੱਖਾਂ ਦਾ ਦਾਰੂ ਜਿਹੜਾ ਉਹ ਨਾਮ ਆ। ਇਸ ਕਰਕੇ ਇਸ ਨਾਮ ਨੂੰ ਸਿਮਰਨਾ ਚਾਹੀਦਾ ਵਾ ਔਰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਵਾ। ਗੁਰਬਾਣੀ ਜਿਹੜੀ ਆ ਇਹ ਸਾਡੇ ਸਾਰੇ ਦੁੱਖਾਂ ਦਾ ਦਾਰੂ ਆ। ਇਸ ਕਰਕੇ ਇਹਨੂੰ ਜਿਹੜਾ ਵਾ ਹਰ ਵੇਲੇ ਜਿਹੜਾ ਵਾ ਪਰਮਾਤਮਾ ਦਾ ਜਿਹੜਾ ਸਵਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਿ ਉਹ ਮਨੁੱਖ ਜਿਹੜੇ ਆ ਬਿਲਕੁਲ ਮੋਇਆ ਹੋਇਆ ਸਮਾਨ ਆ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਹੈਗੀ। ਕਹਿਣ ਤੋਂ ਭਾਵ
ਕਿ ਪਰਮਾਤਮਾ ਦੇ ਨਾਲ ਅਸੀਂ ਜੁੜ ਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝ ਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕਰ ਸਕਦੇ ਹਾਂ ਅਤੇ ਆਨੰਦ ਲੈ ਸਕਦੇ ਹਾਂ। ਗੁਰਬਾਣੀ ਦੇ ਵਿੱਚ ਜੋ ਆਨੰਦ ਮਿਲਣਾ ਉਹ ਗੁਰੂ ਅਮਰਦਾਸ ਜੀ ਨੇ ਸਾਨੂੰ ਆਨੰਦ ਸਾਹਿਬ ਦੇ ਵਿੱਚ ਫਰਮਾਇਆ ਵਾ। ਆਓ ਆਪਾਂ ਆਨੰਦ ਸਾਹਿਬ ਦੀਆਂ ਕੁਝ ਜਿਹੜੀਆਂ ਪੌੜੀਆਂ ਪੜ੍ਹਦੇ ਹਾਂ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੀ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਲ ਕਿਆ ਨਾਹੀ ਕਰ ਤੇਰੇ। ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜੇ ਨਿਸ਼ਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈਂ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤਿ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ। ਤੂੰ ਠਾਕੁਰ ਤੁਮ ਬੈਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਇ ਨ ਜਾਣੇ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ।
ਤੁਮਰੀ ਗਤ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਦੋਇ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਨੇ ਰਾਸ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਂ ਕੋ ਬਿਗਨ ਨ ਕੋਊ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਤਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰਗੋਬਿੰਦਨੋ ਸਿਮਰੋ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ। ਗੁਰ ਤੇਗ ਬਹਾਦਰ ਸਿਮਰਿਐ, ਕਰ ਨਉ ਨਿਧ ਆਵੇ ਧਾਏ। ਸਭ ਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਾਂ ਨਿਆਰਿਆਂ ਨਾਲ ਚਰਾਏ ਧਰਮ ਨਿਹਾਰਿਆ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ। ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਾਤੀ ਉੱਚੀ ਮਤ, ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨਦਾਰ ਤੇ ਇਸ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਦੇ ਹਾਜ਼ਰਾ ਹਜ਼ੂਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋਰਠ ਮਹੱਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਦੇ ਸ਼ਬਦ ਅਰਥ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਅਰਥਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰਾਂ ਕਰਦਿਆਂ ਏਕ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ। ਅੱਗੇ ਵਾਸਤੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਣੀ, ਸਮੱਤ ਬਖਸ਼ਣੀ, ਕਥਾ ਕਰਨ ਦੀ ਜਾਚ ਬਖਸ਼ਣੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਵੀ
ਸਾਧ ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਨੂੰ ਸਰਵਣ ਕਰ ਰਹੇ ਸਾਰਿਆਂ ਦੇ ਮਨ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਹਿਰਦੇ ਵਿੱਚ ਵਸਾਉਣੀ, ਉਹਨਾਂ ਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਵਿੱਚ ਰੱਖਣਾ, ਤੰਦਰੁਸਤ ਦੀਆਂ ਦਾਤਾਂ ਬਖਸ਼ਣੀਆਂ, ਕਿਰਪਾ ਕਰਨੀ, ਮਿਹਰ ਵਰਤਾਉਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀਆਂ ਬਖਸ਼ਣੀਆਂ, ਹਰ ਤਰ੍ਹਾਂ ਕਰਕੇ ਕਾਰਜ ਪੂਰੇ ਕਰਨੇ। ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨੇ, ਹਿੰਮਤ ਬਖਸ਼ਣੀ, ਹੌਸਲਾ ਬਖਸ਼ਣਾ, ਦਲੇਰੀ ਬਖਸ਼ਣੀ, ਗੁਰਬਾਣੀ ਦੇ ਅਨੁਸਾਰ ਚੱਲਣ ਦੀ ਸਮੱਤ ਬਖਸ਼ਣੀ, ਬਲ ਬੁੱਧੀ ਬਖਸ਼ਣੀ, ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਗੁਰੂ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਾਵ ਰਿਆ ਸਭਨੀ ਜਾਈ ਰਹਾਉ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਦੇ ਮੁਤਾਬਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੁੱਖਾਂ ਦਾ ਨਾਸ਼ ਕਰਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਜੇ ਜਾਣਾ ਲੜ ਛਿਜਣਾ, ਪੀੜੀ ਪਾਈ ਗੰਢ, ਤੈ ਜੇ ਵਡ ਮੈਂ ਨਾਹੀ ਕੋ, ਸਭ ਜਗ ਡਿਠਾ ਹੰਡ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਪਰਮਾਤਮਾ ਦੇ ਨਾਲ ਆਪਣੀ ਜਿਹੜੀ ਆ ਪ੍ਰੀਤ ਪਾ ਕੇ ਰੱਖੀਏ, ਪੱਕੀ ਪ੍ਰੀਤ ਪਾ ਕੇ ਰੱਖੀਏ, ਗੁਰੂ ਮਹਾਰਾਜ ਨਾਲ ਜੁੜੇ ਰਹੀਏ, ਬਾਣੀ ਦੇ ਨਾਲ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਆਪਣੇ ਜੀਵਨ ਨੂੰ ਸਫਲ ਬਣਾਈਏ, ਕਿਉਂਕਿ ਗੁਰਬਾਣੀ ਤੋਂ ਬਿਨਾਂ ਜਿਹੜਾ ਵਾ ਮਨ ਨੂੰ ਜਿਹੜੀ ਆ ਸ਼ਾਂਤੀ ਨਹੀਂ ਮਿਲਣੀ, ਸਕੂਨ ਨਹੀਂ ਮਿਲਣਾ। ਸੋ ਗੁਰੂ ਸਾਹਿਬਾਨ ਅਰਜਨ ਦੇਵ ਜੀ ਨੇ ਸਾਨੂੰ ਇਸ ਸ਼ਬਦ ਦੇ ਵਿੱਚ ਇਹੋ ਸਾਨੂੰ ਸਮਝਾਇਆ ਵਾ ਕਿ ਗੁਰਬਾਣੀ ਜਿਹੜੀ ਆ ਇਹ ਸਾਡੇ ਜੀਵਨ ਦਾ ਆਧਾਰ ਆ, ਇਹਨੂੰ ਪੜ੍ਹ ਕੇ ਅਸੀਂ ਆਨੰਦ ਲੈ ਸਕਦੇ ਹਾਂ। ਪਰਮਾਤਮਾ ਜਿਹੜਾ ਸਾਡੇ 'ਤੇ ਕਿਰਪਾ ਕਰੂਗਾ, ਮਿਹਰ ਕਰਦਾ ਵਾ, ਸਾਨੂੰ ਸਭ ਸਿਰੇ ਸੁੱਖ ਮਿਲਦੇ ਆ, ਅਤੇ ਪਰਮੇਸ਼ਰ ਸਭ ਜਗ੍ਹਾ ਮੌਜੂਦ ਆ। ਇਸ ਕਰਕੇ ਜਿਹੜੀ ਬਾਣੀ ਹੈ ਧੁਰੋਂ ਆਈ ਆ, ਇਹਨੇ ਸਾਡੀ ਸਾਰੀ ਤਰ੍ਹਾਂ ਦੀ ਜਿਹੜੀ ਚਿੰਤਾ ਵਾ, ਫਿਕਰ ਆ, ਜਿਹੜੇ ਇਹਨੇ ਦੂਰ ਕੀਤੇ ਆ। ਸੋ ਦਿਆਲ ਪੁਰਖ ਮਿਹਰਬਾਨਾ, ਕਹਿੰਦੇ ਆ ਕਿ ਪਰਮਾਤਮਾ ਜਿਹੜਾ ਹਮੇਸ਼ਾ ਮਿਹਰਬਾਨ ਆ, ਅਤੇ ਹਰੀ ਦਾ ਨਾਮ ਜਿਹੜਾ ਵਾ ਇਹਨੇ ਸਾਨੂੰ ਸੱਚ ਵਿਖਾਇਆ ਕਿ ਪਰਮਾਤਮਾ ਜਿਹੜਾ ਉਹ ਸੱਚਾ ਵਾ। ਬਾਕੀ ਸਾਰੀ ਦੁਨੀਆ ਬਿਨਸਨਹਾਰ ਆ, ਆਵਾਗਮਨ ਦੇ ਚੱਕਰ ਵਿੱਚ ਪਈ ਹੋਈ ਦੁਨੀਆ, ਕੋਈ ਆ ਰਿਹਾ ਕੋਈ ਜਾ ਰਿਹਾ, ਲੇਕਿਨ ਇੱਕ ਪਰਮਾਤਮਾ ਜਿਹੜਾ ਅਟੱਲ ਆ, ਜਿਹੜਾ ਨਾ ਜੰਮਦਾ ਨਾ ਮਰਦਾ, ਹਮੇਸ਼ਾ ਕਾਇਮ ਰਹਿਣ ਵਾਲਾ ਵਾ। ਬਾਕੀ ਜਿਹੜੇ ਪ੍ਰਾਣੀ ਆ ਸੰਸਾਰ ਦੇ, ਉਹ ਆਪੋ ਆਪਣੀ ਜਿਹੜੀ ਆਰਜ਼ਾ ਭੋਗ ਕੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ, ਚਲੇ ਜਾਂਦੇ ਆ। ਪਰ ਇਹ ਆ ਕਿ ਜਿਹੜਾ ਸਾਨੂੰ ਜੀਵਨ ਮਿਲਿਆ ਏ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਠੀਕ ਆ ਕਿ ਬਾਕੀ ਸੰਸਾਰ ਦੇ ਕੰਮ ਜਿਹੜੇ ਆ ਅਸੀਂ ਆਪਣੀ ਰੋਜੀ ਰੋਟੀ ਵਾਸਤੇ ਕਰਨੇ ਆ, ਪਰ ਸੱਚੀ ਸੁੱਚੀ ਕਿਰਤ ਕਰਨੀ, ਮਿਹਨਤ ਕਰਨੀ ਆ, ਪਰ ਨਾਲ ਦੇ ਨਾਲ ਅਸੀਂ ਪਰਮਾਤਮਾ ਜਿਹੜਾ ਵਾ ਉਹਦਾ ਸਿਮਰਨ ਜ਼ਰੂਰ ਕਰਨਾ ਵਾ, ਕਿਉਂਕਿ ਇਹ ਤੋਂ ਬਿਨਾਂ ਸਾਨੂੰ ਜਿਹੜੀ ਆ ਆਨੰਦ ਨਹੀਂ ਮਿਲਣਾ, ਖੁਸ਼ੀ ਨਹੀਂ ਮਿਲਣੀ। ਜਿਹੜੀ ਸਦੀਵੀ ਖੁਸ਼ੀ ਆ, ਜਿਹੜਾ ਸਦਾ ਆਨੰਦ ਲੈਣਾ ਵਾ, ਆਪਣਾ ਲੋਕ ਵੀ ਸਵਾਰਨਾ, ਪਰਲੋਕ ਵੀ ਸਾਰਨਾ। ਲੋਕ ਪਰਲੋਕ ਵਿੱਚ ਪਰਮਾਤਮਾ ਹੀ ਸਹਾਈ ਹੁੰਦਾ ਵਾ। ਬਾਕੀ ਜਿਹੜੇ ਸਾਡੇ ਰਿਸ਼ਤੇਦਾਰ ਭੈਣ ਭਰਾ ਵਾ, ਉਹਨਾਂ ਦੇ ਨਾਲ ਮੇਲ ਮਿਲਾਪ ਰੱਖਣਾ ਵਾ, ਇਹ ਨਹੀਂ ਰੱਖਣਾ, ਪਰ ਜਿਹੜੀ ਪ੍ਰੀਤ ਹੈ ਪਰਮਾਤਮਾ ਦੇ ਨਾਲ ਗੂੜੀ ਪਾਉਣੀ ਆ, ਕਿਉਂਕਿ ਇਹਨੇ ਸਾਡਾ ਅੱਗਾ ਵੀ ਸਵਾਰਨਾ, ਅਤੇ ਪਿੱਛਾ ਕਹਿਣ ਤੋਂ ਭਾਵ ਕਿ ਅੰਤ ਵੇਲੇ ਮਰਨ ਤੋਂ ਬਾਅਦ ਵੀ ਜਿਹੜੀ ਗੁਰਬਾਣੀ ਆ, ਇਹਨੇ ਪਰਲੋਕ ਵਿੱਚ ਵੀ ਸਾਡੀ ਸਹਾਈ ਹੋਣੀ ਆ, ਗਵਾਹੀ ਭਰਨੀ ਆ। ਸੋ ਜਿੰਨੀਆਂ ਮਰਜ਼ੀ ਵਿਚਾਰਾਂ ਕਰੀ ਜਾਈਏ, ਸ਼ਬਦਾਂ ਦੀਆਂ ਥੋੜ੍ਹੀਆਂ ਪੈ ਜਾਂਦੀਆਂ, ਕਿਉਂਕਿ ਗੁਰਬਾਣੀ ਬੜੀ ਵੱਡਾ ਇੱਕ ਸਮੁੰਦਰ ਆ, ਥਾਂ
ਜਿੰਨਾ ਅਸੀਂ ਇਹਨਾਂ ਨੂੰ ਪੜਚੋਲ ਕਰਾਂਗੇ, ਜਿੰਨੀ ਖੋਜ ਕਰਾਂਗੇ, ਉਨੀ ਜਿਹੜੀ ਆ ਸਾਡੇ ਗਿਆਨ ਵਿੱਚ ਵਾਧਾ ਹੋਊਗਾ, ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਵਾ। ਸੋ ਆਓ ਫਤਿਹ ਦੀ ਸਾਂਝ ਬੁਲਾਈਏ ਅਤੇ ਹੋਈਆਂ ਭੁੱਲਾਂ ਦੀ ਜਿਹੜੀ ਆ ਉਹ ਦਾਸ ਨੂੰ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।